हाँ जी विद्यार्थियों, अज आपां तुहाडे सिलेबस का हिस्सा प्रवासी नावल गिरवी होए मन बारे गल करांगे। गिरवी होए मन गगनदीप नक्शदीप पंचकोहा का लिखिया होया है। जो गगनदीप पंजाबी साहित्य के प्रसिद्ध नावलकार ने ते विशेष तौर पर उन्होंने आपदे नावलों के विच जिहड़ा प्रवासी जीवन दीयां अनेकां समस्यावां नूं बहुत खूबसूरती नाल पेश किया। जिहड़ा साडा ये नावल है गिरवी होए मन, ਇਹਦੇ ਵਿੱਚ ਪ੍ਰਵਾਸੀ ਸਮੱਸਿਆਵਾਂ ਨੂੰ ਸਮਝਣ ਤੋਂ ਪਹਿਲਾਂ ਅਸੀਂ ਇਹ ਵੇਖਾਂਗੇ ਕਿ ਪ੍ਰਵਾਸ ਦੇ ਕੀ ਅਰਥ ਹੁੰਦੇ ਹਨ ਤੇ ਇਹਨਾਂ ਪ੍ਰਵਾਸ ਦੀਆਂ ਮੂਲ ਸਮੱਸਿਆਵਾਂ ਕਿਹੜੀਆਂ। ਤਾਂ ਪ੍ਰਵਾਸੀ ਜਿਹੜਾ ਹੈਗਾ ਪੰਜਾਬੀ ਸਾਹਿਤ ਭਾਵੇਂ ਲਿਖਿਆ ਤਾਂ ਬਹੁਤ ਸਮੇਂ ਤੋਂ ਜਾ ਰਿਹਾ, ਪਰੰਤੂ ਇਸ ਦੀ ਪਹਿਚਾਣ ਜਿਹੜੀ ਹੈਗੀ ਆ ਉਹ ਪਿਛਲੇ 10-15 ਕੁ ਸਾਲ ਤੋਂ ਬਣੀ ਆ। ਉਹ ਤੋਂ ਪਹਿਲਾਂ ਜਿਹੜਾ ਸਧਾਰਨ ਪਾਠਕਾਂ ਅਤੇ ਇੱਥੋਂ ਤੱਕ ਕਿ ਬਹੁਤ ਸਾਰੇ ਵਿਦਵਾਨਾਂ ਦੀ ਵੀ ਇਹ ਧਾਰਨਾ ਹੁੰਦੀ ਸੀ ਕਿ ਪੰਜਾਬੀ ਸਾਹਿਤ ਦਾ ਜਿਹੜਾ ਅੰਗ ਉਹੀ ਰਚਨਾਵਾਂ ਜਿਹੜੀਆਂ ਭਾਰਤ ਜਾਂ ਪਾਕਿਸਤਾਨ ਵਿੱਚ ਬੈਠੇ ਜਿਹੜੇ ਲੋਕ ਲਿਖ ਰਹੇ ਆ। ਕਈ ਲੋਕ ਤਾਂ ਪਾਕਿਸਤਾਨ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਨੂੰ ਜਿਹੜਾ ਉਹਨੂੰ ਪੰਜਾਬੀ ਸਾਹਿਤ ਦਾ ਅੰਗ ਹੀ ਨਹੀਂ ਮੰਨਦੇ ਸੀ, ਪਰੰਤੂ ਜਿਹੜਾ ਹੈਗਾ ਹੁਣ ਇਹ ਧਾਰਨਾਵਾਂ ਬਦਲ ਚੁੱਕੀਆਂ। ਤਾਂ ਅਸੀਂ ਦੇਖਦੇ ਹਾਂ ਪ੍ਰਵਾਸ ਕੀ ਹੈ, ਪ੍ਰਵਾਸ ਕਿਸ ਨੂੰ ਕਹਿੰਦੇ ਆ। ਤਾਂ ਪ੍ਰਵਾਸ ਜਿਹੜਾ ਹੈਗਾ ਉਹ ਇੱਕ ਸਮਾਜਿਕ ਅਤੇ ਸੱਭਿਆਚਾਰਕ ਵਰਤਾਰਾ ਅਤੇ ਇਹਦੀ ਪਿੱਠ ਭੂਮੀ ਵਿੱਚ ਕੀ ਹੈ ਕਿ ਆਰਥਿਕ ਲੋੜਾਂ ਪਈਆਂ, ਰੁਜ਼ਗਾਰ ਪ੍ਰਾਪਤੀ ਪਈ ਆ, ਆਜ਼ਾਦੀ ਅਤੇ ਖੁਸ਼ਹਾਲੀ ਦੀ ਭਾਵਨਾ ਪਈ ਆ। ਇਹ ਸਾਰੀਆਂ ਭਾਵਨਾਵਾਂ ਇਹਦੇ ਪਿੱਛੇ ਕੰਮ ਕਰਦੀਆਂ। ਪ੍ਰਵਾਸੀ ਮਨੁੱਖ ਇਹਨਾਂ ਭਾਵਨਾਵਾਂ ਦੇ ਅਧੀਨ ਬਣਦਾ ਜਦੋਂ ਉਸਨੂੰ ਰੁਜ਼ਗਾਰ ਦੀ ਭੁੱਖ ਹੁੰਦੀ ਹੈ, ਜਦੋਂ ਉਹਦੇ ਕੋਲ ਆਰਥਿਕ ਥੋੜ੍ਹਾਂ ਹੁੰਦੀਆਂ ਜਾਂ ਉਹ ਆਜ਼ਾਦੀ ਅਤੇ ਖੁਸ਼ਹਾਲੀ ਨੂੰ ਮੰਨਣਾ ਚਾਹੁੰਦਾ। ਤਾਂ ਡਾਕਟਰ ਅੰਮ੍ਰਿਤਪਾਲ ਕੌਰ ਜਿਹੜੇ ਹੈਗੇ ਆ ਉਹ ਇਸ ਬਾਰੇ ਲਿਖਦੇ ਆ ਕਿ ਪ੍ਰਵਾਸ ਮੂਲ ਰੂਪ ਵਿੱਚ ਇੱਕ ਸਮਾਜਿਕ ਸੱਭਿਆਚਾਰਕ ਵਰਤਾਰਾ ਹੈ ਜਿਸ ਵਿੱਚ ਅਰਥਚਾਰਾ ਪ੍ਰਧਾਨ ਰੂਪ ਵਿੱਚ ਕਾਰਜਸ਼ੀਲ ਹੈ। ਇਸ ਵਰਤਾਰੇ ਦੇ ਬੁਨਿਆਦੀ ਰੂਪ ਵਿੱਚ ਸੱਭਿਆਚਾਰਕ ਤਣਾਅ ਅਤੇ ਅੰਤਰ ਵਿਰੋਧ ਨੇ ਅਜਿਹੀਆਂ ਪਰਿਸਥਿਤੀਆਂ ਨੂੰ ਜਨਮ ਦਿੱਤਾ ਜਿਸ ਦੇ ਪ੍ਰਤੀਕਰਮ ਵਜੋਂ ਅਜਿਹੀ ਫੈਸਲਾਕੁਨ ਸਾਹਿਤਕ ਦ੍ਰਿਸ਼ਟੀ ਹੋਂਦ ਵਿੱਚ ਆਈ ਜਿਸ ਨੇ ਵਿਸ਼ੇਸ਼ ਪਹਿਚਾਣ ਦੁਆਰਾ ਸਾਹਿਤ ਵਿੱਚ ਸਥਾਪਤੀ ਅਤੇ ਹੋਂਦ ਲਈ ਵੰਗਾਰ ਪੈਦਾ ਕੀਤੀ। ਅਸਲ ਵਿੱਚ ਪ੍ਰਵਾਸੀ ਸ਼ਬਦ ਜਿਹੜੇ ਹੈ ਅੰਗਰੇਜ਼ੀ ਦੇ ਸ਼ਬਦ ਇਮੀਗ੍ਰਾਂਟ ਦਾ ਸਮਾਨਾਰਥਕ ਸ਼ਬਦ ਆ। ਪ੍ਰਵਾਸੀ ਸ਼ਬਦ ਨੂੰ ਡਾਕਟਰ ਐਸ ਪੀ ਸਿੰਘ ਨੇ ਵੀ ਪਰਿਭਾਸ਼ਿਤ ਕੀਤਾ। ਉਹ ਲਿਖਦੇ ਆ ਕਿ ਪਰਾਈ ਧਰਤੀਆਂ 'ਤੇ ਰੁਜ਼ਗਾਰ ਦੀ ਤਲਾਸ਼ ਜਾਂ ਵਧੇਰੇ ਆਰਥਿਕ ਵਸੀਲਿਆਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਵਿੱਚ ਅਸਥਾਈ ਤੌਰ 'ਤੇ ਵਿਚਰਨ ਵਾਲੇ ਵਿਅਕਤੀਆਂ ਨੂੰ ਪ੍ਰਵਾਸੀ ਦਾ ਨਾਂ ਦਿੱਤਾ ਜਾਂਦਾ। ਹੁਣ ਪ੍ਰਵਾਸੀ ਜਿਹੜਾ ਹੈਗਾ ਸਾਹਿਤ ਇਹਦਾ ਘੇਰਾ ਕਿੱਥੋਂ ਤੱਕ ਫੈਲਿਆ ਹੋਇਆ ਇਹਦੇ ਬਾਰੇ ਗੱਲ ਕਰਦੇ ਹਾਂ ਕਿ ਜਿਹੜਾ ਅਸੀਂ ਵਿਦੇਸ਼ਾਂ ਵਿੱਚ ਰਚੇ ਜਾ ਰਹੇ ਹਰ ਪੰਜਾਬੀ ਦੁਆਰਾ ਰਚੇ ਪੰਜਾਬੀ ਸਾਹਿਤ ਨੂੰ ਜਿਹੜਾ ਹੈਗਾ ਪ੍ਰਵਾਸੀ ਪੰਜਾਬੀ ਸਾਹਿਤ ਦੇ ਘੇਰੇ ਵਿੱਚ ਸ਼ਾਮਲ ਨਹੀਂ ਕਰ ਸਕਦੇ। ਅਸਲ ਵਿੱਚ ਜਿਹੜੀਆਂ ਸਾਹਿਤਕ ਰਚਨਾਵਾਂ ਮਿਆਰੀ ਹਨ ਉਹਨਾਂ ਦਾ ਕੋਈ ਮਿਆਰ ਹੈ ਅਤੇ ਜਿਨ੍ਹਾਂ ਵਿੱਚ ਪ੍ਰਵਾਸੀ ਚੇਤਨਾ ਦਾ ਸਾਹਿਤਕ ਅਤੇ ਕਲਾਤਮਕ ਰੂਪ ਵਿੱਚ ਪ੍ਰਗਟਾਵਾ ਹੁੰਦਾ ਹੈ ਉਹੀ ਰਚਨਾਵਾਂ ਜਿਹੜੀਆਂ ਪ੍ਰਵਾਸੀ ਸਾਹਿਤ ਦੇ ਘੇਰੇ ਵਿੱਚ ਆਉਂਦੀਆਂ। ਪ੍ਰਵਾਸੀ ਚੇਤਨਾ ਵਿੱਚ ਸ਼ਾਮਲ ਮੁੱਖ ਸਰੋਕਾਰ ਕਿਹੜੇ ਕਿਹੜੇ ਹਨ? ਨਸਲਵਾਦ ਹੈ, ਸਮਾਜਿਕ ਘਿਰਨਾ ਹੈ, ਰਾਸ਼ਟਰੀ ਮੋਹ ਹੈ ਔਰ ਦੁਜੈਲੇ ਜਾਂ ਦਰਜੇ ਦਾ ਆਭਾਸ ਹੈ, ਸ਼ਹਿਰੀ ਦਰਜੇ ਦਾ ਆਭਾਸ ਹੈ, ਭੂ ਹੇਰਵਾ ਹੈ, ਪੀੜੀ ਪਾੜਾ ਹੈ ਅਤੇ ਔਰ ਪ੍ਰਵਾਸ ਦੌਰਾਨ ਕੁਝ ਨਿੱਜੀ ਕਿਸਮ ਦੀਆਂ ਸਮੱਸਿਆਵਾਂ, ਪ੍ਰਵਾਸ ਦਾ ਸੰਤਾਪ ਅਤੇ ਅੰਤਰ ਸੱਭਿਆਚਾਰਕ ਤਣਾਅ ਆਦਿ ਜਿਹੜੀਆਂ ਰਚਨਾਵਾਂ ਦੇ ਵਿੱਚ ਜਿਹੜੇ ਸ਼ਾਮਲ ਹੁੰਦੇ ਆ ਅਸੀਂ ਉਸ ਨੂੰ ਪ੍ਰਵਾਸੀ ਸਾਹਿਤ ਦੇ ਵਿੱਚ ਸ਼ਾਮਲ ਕਰਦੇ ਹਾਂ। ਹੁਣ ਜੇ ਅਸੀਂ ਦੇਖੀਏ ਕਿ ਪ੍ਰਵਾਸੀ ਜਿਹੜਾ ਪੰਜਾਬੀ ਸਾਹਿਤ ਹੈ ਇਹਦੇ ਮੂਲ ਸਰੋਕਾਰ ਕਿਹੜੇ ਕਿਹੜੇ ਆ ਤਾਂ ਇਹਦੇ ਵਿੱਚ ਜਿਹੜਾ ਦੇਖਣ ਨੂੰ ਮਿਲਦਾ ਕਿ ਨਸਲਵਾਦੀ ਵਿਤਕਰਾ ਅਤੇ ਹੋਰ ਭੇਦਭਾਵ ਜਿਹੜਾ ਹੈਗਾ ਇਸ ਸਾਹਿਤ ਦੇ ਵਿੱਚ ਆਉਂਦੇ ਆ। ਪ੍ਰਵਾਸੀ ਪੰਜਾਬੀ ਸਾਹਿਤ ਦੇ ਮੁੱਢਲੇ ਸਰੋਕਾਰਾਂ ਵਿੱਚੋਂ ਇੱਕ ਆ ਇਹ ਨਸਲਵਾਦੀ ਵਿਤਕਰਾ। ਬਹੁਤ ਸਾਰੇ ਜਿਵੇਂ ਦਰਸ਼ਨ ਧੀਰ ਦਾ ਨਾਵਲ ਆ ਪੈੜਾਂ ਦੇ ਆਰ ਪਾਰ ਅਤੇ ਹੋਰ ਬਹੁਤ ਸਾਰੇ ਨਾਵਲ ਆ ਜਿਹਦੇ ਵਿੱਚ ਇਹ ਨਸਲਵਾਦੀ ਵਿਤਕਰਾ ਜਿਹੜਾ ਹੈਗਾ ਪੇਸ਼ ਕੀਤਾ ਗਿਆ ਅਤੇ ਸਾਡਾ ਹੱਥਲਾ ਨਾਵਲ ਗਿਰਵੀ ਹੋਏ ਮਨ ਦੇ ਵਿੱਚ ਵੀ ਇਹ ਵਿਤਕਰਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ਾਮਲ ਹੋ ਰਿਹਾ। ਪ੍ਰਵਾਸੀ ਲੋਕਾਂ ਨੇ ਪਦਾਰਥਕ ਤੌਰ 'ਤੇ ਭਾਵੇਂ ਕਿੰਨੀ ਵੀ ਜਿਹੜੀ ਉੱਨਤੀ ਕਰ ਲਈ ਆ ਪਰ ਉਹਨਾਂ ਦੇ ਪਰਾਏ ਮੁਲਕਾਂ ਵਿੱਚ ਜਿਹੜਾ ਹੈਗਾ ਨਸਲੀ ਵਿਤਕਰਾ ਅਤੇ ਹੋਰ ਭੇਦਭਾਵਾਂ ਨਾਲ ਜਿਹੜਾ ਉਹਨਾਂ ਨੂੰ ਜਿਹੜਾ ਦੋ ਚਾਰ ਹੋਣਾ ਪੈਂਦਾ, ਉਹਨਾਂ ਨੂੰ ਨਜਿੱਠਣਾ ਪੈਂਦੇ ਆ ਇਹ ਭੇਦਭਾਵ। ਸੈਕਿੰਡ ਜਿਹੜੀ ਗੱਲ ਆਉਂਦੀ ਆ ਉਹ ਆਉਂਦੀ ਆ ਭੂ ਹੇਰਵੇ ਦੀ। ਭੂ ਹੇਰਵਾ ਕਿ ਆਪਣੀ ਧਰਤੀ ਪ੍ਰਤੀ ਉਹਨਾਂ ਦਾ ਹੇਰਵਾ ਰਹਿੰਦਾ। ਤਾਂ ਪ੍ਰਵਾਸੀ ਪੰਜਾਬੀ ਸਾਹਿਤ ਦਾ ਦੂਜਾ ਜਿਹੜਾ ਮੂਲ ਸਰੋਕਾਰ ਆ ਉਹ ਭੂ ਹੇਰਵਾ ਜਾਂ
ਇਸ ਨੂੰ ਆਪਾਂ ਜੇ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਵਤਨ ਦੇ ਲਈ ਜਿਹੜਾ ਉਦਰੇਵਾਂ, ਭੂ-ਹੇਰਵਾ ਜਾਂ ਉਦਰੇਵਾਂ ਸ਼ਬਦ ਜਿਹੜਾ ਹੈਗਾ ਉਹਦੇ ਜਿਹੜੇ ਜੇ ਅਸੀਂ ਸਮਝੀਏ ਕਿ ਉਹਦੇ ਕੋਸ਼ਗਤ ਅਰਥ ਕੀ ਹਨ, ਤਾਂ ਉਹਦਾ ਮਤਲਬ ਹੈ ਕਿ ਆਪਣੇ ਜਿਹੜਾ ਜਿੱਥੋਂ ਦਾ ਉਹ ਪ੍ਰਵਾਸੀ ਜਿਹੜਾ ਹੈਗਾ ਉਹਦਾ ਮੂਲ ਜਿਹੜਾ ਹੈਗਾ ਪਿੰਡ ਹੈ ਜਾਂ ਮੂਲ ਉਹਦੀ ਧਰਤੀ ਹੈ, ਉਹ ਕਿੱਥੋਂ ਦਾ ਨਿਵਾਸੀ ਹੈ, ਉਹਦੇ ਪ੍ਰਤੀ ਸਾਰੀ ਉਮਰ ਜਿਹੜਾ ਹੈਗਾ ਉਹਦੇ ਅੰਦਰ ਦਰਦ ਬਣਿਆ ਰਹਿੰਦਾ, ਉਦਰੇਵਾਂ ਬਣਿਆ ਰਹਿੰਦਾ। ਤਾਂ ਜਿਹੜਾ ਬਹੁਤ ਸਾਰੇ ਨਾਵਲ ਆ ਜਿਵੇਂ ਪੈਰਾਂ ਦੇ ਆਰ ਪਾਰ ਹੈ ਜਾਂ ਉਹਨਾਂ 'ਚ ਵੀ ਇਹ ਭੂ-ਹੇਰਵਾ ਪਾਇਆ ਗਿਆ। ਤਾਂ ਸਾਡਾ ਇਹ ਹੱਥਲਾ ਨਾਵਲ ਜਿਹੜਾ ਆਪਣਾ ਗਿਰਵੀ ਹੋਏ ਮਨ ਹੈ, ਇਹਦੇ ਵਿੱਚ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਭੂ-ਹੇਰਵਾ ਜਿਹੜਾ ਸ਼ਾਮਲ ਹੈ। ਸੱਭਿਆਚਾਰਕ ਤਣਾਓ ਦੀ ਜਿਹੜੀ ਪ੍ਰਵਾਸੀ ਸਾਹਿਤ ਦੇ ਵਿੱਚ ਗੱਲ ਕੀਤੀ ਜਾਂਦੀ ਆ ਕਿ ਸੱਭਿਆਚਾਰਕ ਤਣਾਓ ਜਿਹੜਾ ਹੈਗਾ ਦਾ ਪ੍ਰਗਟਾਵਾ ਜਿਹੜਾ ਪ੍ਰਵਾਸੀ ਪੰਜਾਬੀ ਸਾਹਿਤ ਦਾ ਅੰਗ ਬਣ ਗਿਆ। ਕਿਵੇਂ ਬਣ ਗਿਆ ਕਿ ਪੰਜਾਬ ਵਿੱਚੋਂ ਜਿਹੜੇ ਗਏ ਲੇਖਕਾਂ ਦੀ ਪਹਿਲੀ ਪੀੜ੍ਹੀ ਪੂਰਨ ਰੂਪ ਵਿੱਚ ਜਿਹੜੇ ਆਪਣੇ ਸੱਭਿਆਚਾਰ ਨਾਲ ਜੁੜੀ ਹੋਈ ਹੋਣ ਕਰਕੇ ਦੋ ਤਰ੍ਹਾਂ ਦੇ ਸੱਭਿਆਚਾਰਕ ਤਣਾਓ ਦਾ ਸ਼ਿਕਾਰ ਹੋ ਰਹੀ ਆ। ਉਹਨਾਂ ਦਾ ਪਹਿਲਾ ਤਣਾਓ ਕੀ ਹੈ ਕਿ ਵਿਦੇਸ਼ੀ ਸੱਭਿਆਚਾਰ ਹੰਢਾਰੇ ਲੋਕਾਂ ਨਾਲ ਹੈ, ਜਿਹੜਾ ਪਹਿਲਾ ਤਣਾਓ ਆ। ਅਤੇ ਦੂਜਾ ਜਿਹੜਾ ਆਪਣੀ ਅਗਲੀ ਪੀੜ੍ਹੀ ਨਾਲ ਜੋ ਕਾਫੀ ਹੱਦ ਤੱਕ ਜਿਹੜੀ ਪੱਛਮੀ ਸੱਭਿਆਚਾਰ ਤੋਂ ਪ੍ਰਭਾਵਿਤ ਹੋ ਚੁੱਕੀ ਹੈ, ਉਹਦੇ ਪ੍ਰਤੀ ਜਿਹੜਾ ਹੈਗਾ ਉਹਦਾ ਜਿਹੜਾ ਉਹਨਾਂ ਵਿਚਕਾਰ ਜਿਹੜਾ ਤਣਾਓ ਬਣਿਆ ਰਹਿੰਦਾ। ਤਾਂ ਜਿਹੜਾ ਇੱਕ ਹੋਰ ਜਿਹੜੀ ਹੈਗੀ ਆ ਸਮੱਸਿਆ ਉੱਭਰ ਕੇ ਸਾਹਮਣੇ ਆਉਂਦੀ ਉਹ ਹੈ ਖੁੱਲ੍ਹ ਮਾਨਣ ਦੀ ਲਾਲਸਾ, ਜਿਹੜੀ ਕਿ ਇਹਦੇ ਵਿੱਚ ਗਿਰਵੀ ਹੋਏ ਮਨ ਦੇ ਵਿੱਚ ਵੀ ਪੇਸ਼ ਹੋਈ ਆ ਕਿ ਪ੍ਰਵਾਸੀ ਪੰਜਾਬੀ ਸਾਹਿਤ ਦਾ ਇੱਕ ਅਹਿਮ ਵਿਸ਼ਾ ਜਿਹੜਾ ਹੈਗਾ ਉਹ ਪ੍ਰਵਾਸ ਵਿੱਚ ਪਲੇ ਪੰਜਾਬੀਆਂ ਦੀ ਜਿਹੜੀ ਹੈਗੀ ਖੁੱਲ੍ਹ ਮਾਨਣ ਦੀ ਲਾਲਸਾ। ਸਾਡੇ ਬਹੁਤ ਸਾਰੇ ਲੋਕ ਪ੍ਰਦੇਸਾਂ ਵਿੱਚ ਇਸ ਲਈ ਗਏ ਕਿ ਉੱਥੇ ਭਾਰਤ ਦੇ ਮੁਕਾਬਲੇ ਕੁਝ ਕੁ ਵਧੇਰੇ ਖੁੱਲ੍ਹ ਆ। ਇਸ ਪ੍ਰਸੰਗ ਵਿੱਚ ਅਸੀਂ ਜਿਹੜੇ ਹੈਗੇ ਆ ਰਘੁਵੀਰ ਢੰਡ, ਪ੍ਰੀਤਮ ਸਿੱਧੂ, ਜਗਜੀਤ ਬਰਾੜ, ਰਵਿੰਦਰ ਰਵੀ, ਸਵਰਨ ਚੰਦਨ, ਹਰਜੀਤ ਅਟਵਾਲ, ਗੁਰਦਿਆਲ ਸਿੰਘ ਰਾਏ, ਵੀਨਾ ਵਰਮਾ, ਇਹਨਾਂ ਦੀਆਂ ਰਚਨਾਵਾਂ ਦਾ ਜਿਹੜਾ ਨਾਮ ਲੈ ਸਕਦੇ ਹਾਂ। ਜਿਵੇਂ ਸਵਰਨ ਚੰਦਨ ਦੀ ਕਹਾਣੀ ਸੀ ਫ੍ਰੀ ਸੁਸਾਇਟੀ। ਇਸ ਕਹਾਣੀ ਉਹਨਾਂ ਦੀ ਕਹਾਣੀ ਦੇ ਵਿੱਚ ਜਿਹੜਾ ਹੈਗਾ ਸੀਮਾ ਨਾਂ ਦੀ ਪਾਤਰ ਆ, ਉਹ ਗੋਰਿਆਂ ਦੀਆਂ ਕੁੜੀਆਂ ਨਾਲ ਪੜ੍ਹਦੀ ਹੈ ਅਤੇ ਉਹਨਾਂ ਵਾਂਗ ਖੁੱਲ੍ਹ ਮੰਨਣਾ ਚਾਹੁੰਦੀ ਆ। ਅਤੇ ਉਹ ਫਿਰ ਹੈਗਾ ਜਿਹੜੇ ਉਹ ਮਾਤਾ ਪਿਤਾ ਹੈ, ਕਿਉਂਕਿ ਉੱਥੇ ਫਿਰ ਸੱਭਿਆਚਾਰਕ ਤਣਾਓ ਆ ਜਾਂਦਾ ਕਿ ਉਹ ਇਹ ਖੁੱਲ੍ਹ ਮਾਨਣ ਦੇਣਾ ਨਹੀਂ ਚਾਹੁੰਦੇ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਨਾਵਲਾਂ ਦਾ ਅਸੀਂ ਨਾਂ ਲੈ ਸਕਦੇ ਹਾਂ, ਨਾਵਲਾਂ ਦਾ ਲੈ ਸਕਦੇ ਹਾਂ, ਕਹਾਣੀਆਂ ਦਾ ਲੈ ਸਕਦੇ ਹਾਂ। ਅਤੇ ਸਾਡਾ ਜਿਹੜਾ ਗਿਰਵੀ ਹੋਏ ਮਨ ਹੈ ਕਿਤੇ ਨਾ ਕਿਤੇ ਇਹਦੇ ਵਿੱਚ ਵੀ ਇਹ ਸਮੱਸਿਆ ਪੇਸ਼ ਹੋਈ ਆ। ਫਿਰ ਪੀੜ੍ਹੀ ਪਾੜੇ ਦਾ ਪ੍ਰਗਟਾਵਾ ਹੁੰਦਾ। ਤਾਂ ਪ੍ਰਵਾਸੀ ਪੰਜਾਬੀ ਸਾਹਿਤ ਦੀ ਜਿਹੜੀ ਹੈਗੀ ਆ ਹੋਰ ਜਿਹੜੀ ਇੱਕ ਮਹੱਤਵਪੂਰਨ ਸੁਰ ਕਿਹੜੀ ਹੈਗੀ ਪੀੜ੍ਹੀ ਪਾੜੇ ਦਾ ਪ੍ਰਗਟਾਵਾ, ਕਿ ਜਿਵੇਂ 60ਵਿਆਂ ਵਿੱਚ 1960 ਕੁ ਦੇ ਸਮੇਂ ਦੇ ਵਿੱਚ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਜਿਹੜੀ ਪ੍ਰਦੇਸ਼ਾਂ ਵਿੱਚ ਰੋਜੀ ਰੋਟੀ ਦੀ ਤਲਾਸ਼ ਵਿੱਚ ਗਈ, ਸੱਭਿਆਚਾਰਕ ਅਤੇ ਜੀਵਨ ਦੀਆਂ ਕੀਮਤਾਂ ਦੀ ਦ੍ਰਿਸ਼ਟੀ ਤੋਂ ਪੰਜਾਬ ਨਾਲ ਜੁੜੀ ਹੋਈ ਸੀ। ਪਰੰਤੂ ਜਿਹੜੀ ਪੀੜ੍ਹੀ ਉੱਧਰ ਹੀ ਪੈਦਾ ਅਤੇ ਜਵਾਨ ਹੋਈ, ਉਹਨਾਂ ਦੇ ਵਿਚਾਰਾਂ ਵਿੱਚ ਅੰਤਰ ਆ ਚੁੱਕਿਆ। ਇਸ ਅੰਤਰ ਦੇ ਕਾਰਨ ਜਿਹੜਾ ਹੈਗਾ ਪੀੜ੍ਹੀ ਪਾੜੇ ਦਾ ਜਿਹੜਾ ਹੈਗਾ ਦੁਖਾਂਤ ਸਹਿੰਦੇ ਆ ਪ੍ਰਵਾਸੀ। ਇਸੇ ਤਰ੍ਹਾਂ ਜਿਹੜਾ ਹੈਗਾ ਅਸੀਂ ਆਖ ਸਕਦੇ ਹਾਂ ਕਿ ਪ੍ਰਵਾਸੀ ਪੰਜਾਬੀ ਸਾਹਿਤ ਦਾ ਇੱਕ ਅੰਗ ਹੈ ਅਤੇ ਇਸ ਦੀਆਂ ਕੁਝ ਆਪਣੀਆਂ ਪ੍ਰਵਿਰਤੀਆਂ ਅਤੇ ਝੁਕਾਅ ਹਨ ਜਿਨ੍ਹਾਂ ਦਾ ਪ੍ਰਗਟਾਵਾ ਇਸ ਸਾਹਿਤ ਵਿੱਚ ਹੋ ਰਿਹਾ। ਪਰੰਤੂ ਵਿਦੇਸ਼ਾਂ ਵਿੱਚ ਰਚੇ ਸਾਰੇ ਸਾਹਿਤ ਨੂੰ ਅਸੀਂ ਪ੍ਰਵਾਸੀ ਸਾਹਿਤ ਨਹੀਂ ਆ ਸਕਦੇ, ਇਹ ਬਹੁਤ ਧਿਆਨ ਦੇਣ ਯੋਗ ਗੱਲ ਆ। ਅਤੇ ਨਾ ਹੀ ਪ੍ਰਵਾਸੀ ਸਾਹਿਤ ਨੂੰ ਪੰਜਾਬੀ ਸਾਹਿਤ ਤੋਂ ਵੱਖ ਕਰ ਸਕਦੇ ਹਾਂ। ਇਹ ਉਸੇ ਤਰ੍ਹਾਂ ਪੰਜਾਬੀ ਸਾਹਿਤ ਦਾ ਅੰਗ ਹੈ ਜਿਵੇਂ ਇੱਕੋ ਕਾਲ ਦੌਰਾਨ ਆਧੁਨਿਕ ਪੰਜਾਬੀ ਸਾਹਿਤ ਵਿੱਚ ਵੱਖ-ਵੱਖ ਪ੍ਰਭਾਵਾਂ ਅਧੀਨ ਵੱਖ-ਵੱਖ ਕਿਸਮ ਦਾ ਸਾਹਿਤ ਰਚਿਆ ਜਾ ਰਿਹਾ ਹੈ। ਸੋ ਜਿਹੜਾ ਸਾਡਾ ਨਾਵਲ ਹੈ ਗਿਰਵੀ ਹੋਏ ਮਨ, ਉਹਦੇ ਵਿੱਚ ਬਹੁਤ ਸਾਰੀਆਂ ਪ੍ਰਵਾਸੀ ਸਮੱਸਿਆਵਾਂ ਦਾ ਜਿਹੜਾ ਵਰਣਨ ਕੀਤਾ ਮਿਲਦਾ। ਤਾਂ ਸਟੂਡੈਂਟਸ ਤੁਸੀਂ ਇਸ ਨਾਵਲ ਨੂੰ ਗਿਰਵੀ ਹੋਏ ਮਨ ਨਾਵਲ ਨੂੰ ਬਹੁਤ ਧਿਆਨ ਦੇ ਨਾਲ ਜਿਹੜਾ ਹੈਗਾ ਇਸ ਦਾ ਪਾਠਗਤ ਅਧਿਐਨ ਕਰਨਾ ਔਰ ਫਿਰ ਜਿਹੜੀਆਂ ਹੈਗੀਆਂ ਪੜਾਅਵਾਰ ਤੁਹਾਡੇ ਨਜ਼ਰ ਦੇ ਵਿੱਚ ਇਸ ਵਿੱਚ ਪੇਸ਼ ਜਿਹੜੀਆਂ ਹੁਣ ਆਪਾਂ ਜਿਹੜਾ ਜ਼ਿਕਰ ਕੀਤਾ ਉਹ ਪ੍ਰਵਾਸੀ ਸਮੱਸਿਆਵਾਂ ਦਾ ਤੁਹਾਨੂੰ ਜਿਹੜਾ ਪਤਾ ਚੱਲੂਗਾ। ਧੰਨਵਾਦ।